ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸੁਖਬੀਰ ਨੂੰ ਸੰਮਨ ਅਤੇ ਕੈਪਟਨ ਦੀ ਮੋਦੀ ਨਾਲ ਮੁਲਾਕਾਤ ਬਾਰੇ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀकांड ਦੇ ਵਿੱਚ SIT ਵੱਲੋਂ ਜਿਹੜਾ ਤਲਬ ਕੀਤਾ ਗਿਆ ਸੀ, ਅੱਜ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਅੱਜ ਸੁਖਬੀਰ ਬਾਦਲ SIT ਅੱਗੇ ਪੇਸ਼ ਨਹੀਂ ਹੋਏ ਤੇ ਉਹਨਾਂ ਵੱਲੋਂ ਕਈ ਤਰ੍ਹਾਂ ਦੇ ਤਰਕ ਜਿਹੜੇ ਅੱਗੇ ਦਿੱਤੇ ਗਏ। ਬਲਕਿ ਅੱਜ ਉਹ SIT ਮੂਹਰੇ ਪੇਸ਼ ਹੋਣ ਦੀ ਥਾਂ ਤੇ ਜੀਰਾ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਹੋਏ ਨੇ ਤੇ ਹੁਣ SIT ਵੱਲੋਂ 14 ਸਤੰਬਰ ਨੂੰ ਜਿਹੜਾ ਮੁੜ ਸੱਦਿਆ ਗਿਆ। ਅਸੀਂ ਜਾਣਨਾ ਚਾਹਾਂਗੇ ਵੀ ਕਿ ਅੱਜ ਸੁਖਬੀਰ ਬਾਦਲ ਕਿਉਂ ਨਹੀਂ ਪੇਸ਼ ਹੋਏ ਤੇ ਇਹ ਪੂਰਾ ਮਾਮਲਾ ਕੀ ਸੀ। ਇਸ ਦੇ ਨਾਲ ਹੀ ਇੱਕ ਦੂਜਾ ਮਾਮਲਾ ਇਹ ਵੀ ਹੈ, ਜਿੱਥੇ ਸੁਖਬੀਰ ਬਾਦਲ ਕੋਟਕਪੂਰਾ ਗੋਲੀकांड 'ਚ ਆਪ ਘਿਰਦੇ ਦਿਖਾਈ ਦੇ ਰਹੇ ਨੇ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਵੀ ਘੇਰਨ ਦੀ ਤਿਆਰੀ ਕਰ ਰਿਹਾ। ਉਹ ਆਬਕਾਰੀ ਨੀਤੀ ਨੂੰ ਲੈ ਕੇ ਕੱਲ੍ਹ ਨੂੰ ਰਾਜਪਾਲ ਨੂੰ ਮਿਲੇਗਾ, ਜਿਹੜਾ ਮੰਗ ਪੱਤਰ ਦੇਣਗੇ। ਉਹ ਵੀ ਮਾਮਲਾ ਕੀ ਹੈ? ਅਸਲ ਦੇ ਵਿੱਚ ਇਹ ਮਾਮਲਾ ਬੜੇ ਲੰਮੇ ਸਮੇਂ ਤੋਂ ਚੱਲਦਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਤੇ ਉਸ ਤੋਂ ਬਾਅਦ ਫਿਰ ਪ੍ਰੋਟੈਸਟ ਦੇ ਦੌਰਾਨ ਗੋਲੀ ਚੱਲ ਕੇ ਬੰਦੇ ਜਿਹੜੇ ਮਰਨ ਦਾ, ਉੱਤੇ ਬਰਗਾੜੀ ਮੋਰਚਾ ਚੱਲ ਵੀ ਰਿਹਾ ਬਾਈਬਲ ਖਾਨਾ ਵਾਲਾ। ਅਤੇ ਉਹ ਸਾਰੇ ਮਾਮਲੇ ਦੇ ਵਿੱਚ ਇੱਕ ਪਰਸੈਪਸ਼ਨ ਜਿਹੜੀ ਲਗਾਤਾਰ ਬਣੀ ਹੋਈ ਹੈ ਕਿ ਦੋਸ਼ੀਆਂ ਤੱਕ ਪਹੁੰਚਿਆ ਨਹੀਂ ਜਾ ਰਿਹਾ। ਦੋਸ਼ੀਆਂ ਦੇ ਵਿੱਚ ਪੋਲੀਟੀਕਲ ਬੰਦੇ ਵੀ ਸ਼ਾਮਲ ਨੇ। ਇਹ ਵੀ ਕਿਹਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਨੇ, ਕਿਉਂਕਿ ਹੋਮ ਮਿਨਿਸਟਰ ਨੇ, ਚੀਫ ਮਿਨਿਸਟਰ ਦੇ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ ਵੀ, ਔਰ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਲੈਵਲ ਦੇ ਉੱਤੇ ਨੇ। ਹੁਣ ਇੱਕ ਤਰੀਕਾ ਇਹ ਸੀ ਕਿ SIT ਆ ਕੇ ਇਸ ਸਰਕਾਰ ਨੇ ਆਪਣੀ ਵੀ ਇੱਕ ਬਣਾਈ ਕਿ ਇਹ ਵੀ ਇੱਕ ਨਵੀਂ ਜਾਂਚ ਕਰੂਗੀ। ਪਹਿਲਾਂ ਵੀ 2 ਕਮਿਸ਼ਨ ਬਣੇ ਨੇ ਤੇ SIT ਵੀ ਬਣੀਆਂ ਨੇ, ਜਿਨ੍ਹਾਂ ਨੇ ਵੱਖ-ਵੱਖ ਥਾਵਾਂ 'ਤੇ ਪਹਿਲਾਂ ਇਹਨਾਂ ਨੂੰ ਸੰਮਣ ਵੀ ਕੀਤਾ ਤੇ ਪਹਿਲਾਂ ਗੱਲਬਾਤ ਵੀ ਹੋਈ ਆ ਉਸ ਪੱਧਰ ਦੇ ਉੱਤੇ ਜੀ। ਹੁਣ ਪ੍ਰੈਸ਼ਰ 2 ਨੇ ਦੁਬਾਰਾ ਉਹਨਾਂ ਨੂੰ ਜਾਰੀ ਕੀਤੇ ਜਾਣਗੇ। SIT ਕਹਿੰਦੀ ਆ ਉਹਦੇ ਨੇੜਲੇ ਬੰਦਿਆਂ ਨੂੰ ਦਿੱਤਾ ਤੇ ਕਨਫਰਮ ਵੀ ਕੀਤਾ, ਤੇ ਹੁਣ ਦੁਬਾਰਾ ਕਿਸ ਤਰੀਕੇ ਨਾਲ, ਕਿਹੜੇ ਨਵੇਂ ਤਰੀਕੇ ਨਾਲ ਦੇਣਗੇ ਤੇ 14 ਤਰੀਕ ਨੂੰ ਸੱਦਣ ਦਾ ਜਿਹੜਾ ਇੱਕ ਫੈਸਲਾ ਜਿਹੜਾ ਹੋਇਆ ਇਹ ਸਾਰੇ ਮਾਮਲੇ ਦੇ ਵਿੱਚ। ਔਰ ਇਹਦੇ 'ਚ ਪਹਿਲੀਆਂ ਸਰਕਾਰਾਂ ਵੀ, ਜੇ ਪ੍ਰਤਾਪ ਬਾਜਵਾ ਕਹਿੰਦੇ ਨੇ ਸੁਖਬੀਰ ਸਿੰਘ ਨੂੰ ਫੜ ਲੈਣਾ ਚਾਹੀਦਾ, ਤਾਂ ਤੁਹਾਡੀ ਸਰਕਾਰ ਵੇਲੇ 2 ਸਰਕਾਰਾਂ ਵੇਲੇ ਕਿਉਂ ਨਹੀਂ ਫੜੇ ਗਏ? ਜੀ ਬਿਲਕੁਲ, ਇਹ ਵੀ ਇੱਕ ਉਹਨਾਂ 'ਤੇ ਵੀ ਸਵਾਲ ਉੱਠਦਾ ਹੀ ਆ ਉਸ ਪੱਧਰ ਦੇ ਮਾਮਲੇ ਦੇ ਵਿੱਚ। ਔਰ ਕੁੰਵਰ ਵਿਜੇ ਪ੍ਰਤਾਪ ਦੀ ਚਲਦੀ ਨਹੀਂ ਹੁਣ ਪਾਰਟੀ 'ਚ, ਜਾਂ ਪਾਰਟੀ ਉਹਦੀ ਮੰਨਦੀ ਨਹੀਂ, ਇਹ ਵੀ ਇੱਕ ਆਪਦੇ ਆਪ 'ਚ ਇੱਕ ਸਵਾਲ ਹੈ। ਇਸ ਲਈ ਪੋਲੀਟੀਕਲ ਚਰਚਾ ਇਹਦੇ 'ਤੇ ਜਾਰੀ ਰਹੇਗੀ। ਦੂਜਾ ਮੁੱਦਾ, ਅਕਾਲੀ ਦਲ ਨੂੰ ਇਹ ਲੱਗ ਰਿਹਾ ਕਿ ਉਹ ਵੀ ਏਜੰਡਾ ਆਪਣੇ ਪੱਖ 'ਚ ਰੱਖੇ, ਸਰਕਾਰ ਨੂੰ ਵੀ ਘੇਰੇ ਜੀ। ਇਸੇ ਕਰਕੇ ਜਦੋਂ ਦਾ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਦਿੱਲੀ ਦੀ ਆਬਕਾਰੀ ਨੀਤੀ ਤੇ ਦੀ ਜਾਂਚ ਦੇ ਵਾਸਤੇ ਆਰਡਰ ਦਿੱਤਾ ਹੈ, ਤੇ ਉਦੋਂ ਬਾਅਦ ਜੋ ਦਿੱਲੀ ਦੀ ਸਰਕਾਰ ਨੇ ਉਹ ਆਬਕਾਰੀ ਨੀਤੀ ਵਾਪਸ ਵੀ ਲੈ ਲਈ ਹੈ, ਤਾਂ ਅਕਾਲੀ ਦਲ ਇਹ ਕਹਿ ਰਿਹਾ ਕਿ ਉਹ ਵਾਪਸ ਲੈਣ ਦੇ ਪਿੱਛੇ ਮਤਲਬ ਹੀ ਇਹ ਹੈ ਕਿ ਉਹਦੇ 'ਚ ਕੋਈ ਗੜਬੜ ਸੀ। ਜੇ ਉਹੀ ਜੀ ਉਹ ਪਾਲਿਸੀ ਇੱਥੇ ਬਣਾਈ ਗਈ ਹੈ ਜਿਹੜੀ ਕਿ ਦਿੱਲੀ ਤੋਂ ਬਣ ਕੇ ਆਈ ਹੈ, ਤਾਂ ਇਹਦੇ 'ਚ ਵੀ ਗੜਬੜ ਹੈ। ਇਹਦੀ ਜਾਂਚ ਵੀ CBI ਤੋਂ ਕਰਾਈ ਜਾਣੀ ਚਾਹੀਦੀ ਹੈ, ED ਤੋਂ ਕਰਾਈ ਜਾਣੀ ਚਾਹੀਦੀ ਹੈ। ਔਰ ਇਸੇ ਲਈ ਉਹ ਕੱਲ੍ਹ ਮਤਲਬ 31 ਅਗਸਤ ਨੂੰ ਇੱਕ ਮੈਮੋਰੰਡਮ ਦੇਣ ਜਾ ਰਹੇ ਨੇ ਗਵਰਨਰ ਨੂੰ ਕਿ ਆਬਕਾਰੀ ਨੀਤੀ ਜਿਹੜੀ ਪੰਜਾਬ ਦੀ ਹੈ ਇਹਦਾ ਕੋਈ ਨਾ ਕੋਈ ਜਾਂਚ ਜਿਹੜੀ ਕਰਾਈ ਜਾਣੀ ਚਾਹੀਦੀ ਹੈ, ਔਰ ਜਾਂਚ ਕਰਾਉਣ ਤੋਂ ਬਾਅਦ ਜੇ ਕੋਈ ਦੋਸ਼ੀ ਨੇ ਤਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੀ। ਹਮੀਰ ਜੀ, ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਤੇ ਗੱਲ ਕਰੀਏ ਕੈਪਟਨ ਅਮਰਿੰਦਰ ਤੇ ਮੋਦੀ ਦੀ ਮੁਲਾਕਾਤ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਪੁੱਤ ਰਣਿੰਦਰ ਸਿੰਘ ਉਹਨਾਂ ਦੇ ਨਾਲ ਦਿਖਾਈ ਦਿੱਤੇ ਨੇ, ਤੇ ਚਰਚਾਵਾਂ ਇਹੀ ਚੱਲ ਰਹੀਆਂ ਨੇ ਵੀ ਕਿ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਬਾਰੇ ਜਿਹੜੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਹੈ, ਕਈ ਮੁੱਦੇ ਰੱਖੇ ਨੇ। ਅਸੀਂ ਜਾਣਨਾ ਚਾਹਾਂਗੇ ਕਿ ਇਹ ਮੁਲਾਕਾਤ ਦਾ ਕਾਰਨ ਸੀ ਕਿ ਵਾਕਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੋ ਸਕਦਾ ਪ੍ਰਧਾਨ ਮੰਤਰੀ ਮੂਹਰੇ ਪੰਜਾਬ ਦੇ ਮੁੱਦੇ ਰੱਖੇ ਹੋਣ। ਇਹ ਗੱਲ ਉਸ ਰੂਪ 'ਚ ਤਾਂ ਬਾਹਰ ਨਹੀਂ ਆਈ। ਇਹ ਤਾਂ ਅਮਰਿੰਦਰ ਸਿੰਘ ਹੋਣਾ ਦਾ ਹੀ ਕਹਿਣਾ ਜਾਂ ਉਹਨਾਂ ਦੇ ਬੰਦਿਆਂ ਦਾ ਕਹਿਣਾ ਕਿ ਪੰਜਾਬ ਦੇ ਮੁੱਦਿਆਂ 'ਤੇ ਗੱਲ ਕੀਤੀ। ਇਹ 'ਚ ਕੋਈ ਦੋ ਰਾਮਾ ਨਹੀਂ ਹੈ ਕਿ ਪਿਛਲੀ ਜਿਹੜਾ ਅਮਰਿੰਦਰ ਸਿੰਘ ਦੀ ਸਰਕਾਰ ਦਾ 5 ਸਾਲ ਦਾ ਟੈਨਿਓਰ ਸੀ, ਸਮਾਂ ਸੀ, ਉਦੋਂ ਕੈਪਟਨ ਅਮਰਿੰਦਰ ਸਿੰਘ ਵਿਚਾਰਕ ਤੌਰ 'ਤੇ ਕਿਤੇ ਨਾ ਕਿਤੇ ਰੂਪ ਦੇ ਵਿੱਚ BJP ਦੇ ਨੇੜੇ, ਕੇਂਦਰ ਸਰਕਾਰ ਦੇ ਨੇੜੇ ਜ਼ਿਆਦਾ ਦਿਖਾਈ ਦਿੱਤੇ, ਆਪਣੀ ਪਾਰਟੀ ਤੋਂ ਜ਼ਿਆਦਾ। ਜਦੋਂ ਉਹਨਾਂ ਨੂੰ ਚੀਫ ਮਿਨਿਸਟਰ ਤੋਂ ਹਟਾਤਾ, ਉਦੋਂ ਬਾਅਦ ਤਾਂ ਫਿਰ ਉਹ BJP ਨਾਲ ਇੱਕ ਸਾਂਝੀ ਤੌਰ ਦੇ ਉੱਤੇ ਮਤਲਬ ਚੋਣ ਵੀ ਲੜੇ ਨੇ 2022 ਦੀ ਜਿਹੜੀ ਅਸੈਂਬਲੀ ਇਲੈਕਸ਼ਨ। ਇਹ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਦਾ ਆਪਸੀ ਤਾਲਮੇਲ ਲਗਾਤਾਰ ਚੱਲਦਾ ਹੈ। ਹੁਣ ਪੰਜਾਬ ਦੇ ਕਿਹੜੇ ਮੁੱਦੇ ਨੇ? ਕਈ ਮੁੱਦਿਆਂ 'ਤੇ ਤਾਂ ਕੇਂਦਰ ਸਰਕਾਰ ਨਾਲ ਉਹਨਾਂ ਦੀ ਬਿਲਕੁਲ ਮੱਤ ਮਿਲਦੀ ਹੈ। ਚਾਹੇ BSF ਦਾ ਸਵਾਲ ਆਉਂਦਾ ਸੀ, ਵੱਖ-ਵੱਖ ਸਵਾਲਾਂ 'ਤੇ ਉਹਨਾਂ ਨੇ ਕੇਂਦਰ ਦੀ ਸਪੋਰਟ ਕੀਤੀ ਹੈ। ਮਤਲਬ ਰਾਜ ਦੀ ਹੋਰ ਪਾਰਟੀਆਂ ਦੀ ਕਈ ਵਾਰ ਹੋਰ ਸਟੈਂਡ ਸੀਗਾ, ਔਰ ਹੁਣ ਵੀ ਉਹਦਾ ਟਕਰਾਅ ਉਹਨਾਂ ਦਾ ਕੇਂਦਰ ਨਾਲ ਕੋਈ ਉਸ ਲੈਵਲ 'ਤੇ, ਪਾਲਿਸੀ ਦੇ ਲੈਵਲ 'ਤੇ ਜਾਂ ਮੰਗਾਂ ਦੇ ਲੈਵਲ 'ਤੇ ਨਹੀਂ ਹੈ। ਪਿਛਲੇ ਦਿਨਾਂ 'ਚ ਉਹਨਾਂ ਨੇ 1-2 ਮੰਗਾਂ ਜ਼ਰੂਰ ਕੀਤੀਆਂ ਨੇ। ਇੱਕ ਤਾਂ ਉਹ ਸਾਰੇ ਜਿਹੜੇ ਬੰਦੀ ਸਿੰਘਾਂ ਸਮੇਤ
ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਉਹਨਾਂ ਨੂੰ ਛੱਡਣ ਦੀ ਗੱਲ ਸੀ, ਜੀ ਪਰ ਉਹ ਛੱਡੇ ਤਾਂ ਨਹੀਂ ਆ। ਉਹ ਗੱਲ ਪੂਰੀ ਨਹੀਂ ਹੋਈ। ਇਹਨਾਂ ਨੇ ਉਹ ਮਤਲਬ ਕਿਹਾ ਸੀਗਾ ਕਿ ਕੇਂਦਰ ਸਰਕਾਰ ਨੂੰ 15 ਅਗਸਤ ਦੇ ਮਾਮਲੇ 'ਚ ਇਹ ਕਰਨਾ ਚਾਹੀਦਾ। ਹੁਣ ਪੰਜਾਬ ਦੀਆਂ ਬੁਨਿਆਦੀ ਕਿਹੜੀਆਂ ਮੰਗਾਂ ਉਹ ਲੈ ਕੇ ਗਏ, ਇਹਨਾਂ ਦਾ ਖੁਲਾਸਾ ਤਾਂ ਕੋਈ ਨਹੀਂ ਕਿ ਆਹ ਮੰਗਾਂ ਸੀ, ਕਈਆਂ ਨੇ ਜਿਹੜੀਆਂ ਪੂਰੀਆਂ ਹੋ ਜਾਣ। ਹਾਂ, ਇੱਕ ਗੱਲ ਜ਼ਰੂਰ ਚੱਲ ਰਹੀ ਹੈ ਕਾਫੀ ਲੰਮੇ ਸਮੇਂ ਤੋਂ, ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਬੇਟੇ ਤੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਖਿਲਾਫ ਲਗਾਤਾਰ ਜਾਂਚ ਜਾਰੀ ਹੈ, ਈਡੀ ਦੀ ਵੀ ਤੇ ਵੱਖ-ਵੱਖ ਏਜੰਸੀਆਂ ਦੀ। ਸੰਭਵ ਹੈ ਕਿ ਪ੍ਰਾਈਮ ਮਿਨਿਸਟਰ ਨੂੰ ਮਿਲ ਨਾਲ ਕੋਈ ਇਹੋ ਜਿਹਾ ਉਹਦੇ ਤੋਂ ਨਿਜਾਤ ਪਾਉਣਾ ਚਾਹੁੰਦੇ ਹੋਣ। ਉਹ ਵੀ ਇੱਕ ਗੱਲ ਮਤਲਬ ਜ਼ਰੂਰੀ ਹੈ ਔਰ ਸਭ ਦੇ ਸਾਹਮਣੇ ਦਿਖਾਈ ਦੇ ਰਹੀ ਹੈ। ਲੋਕ ਇਹ ਕਹਿੰਦੇ ਨੇ ਕਿਉਂਕਿ ਸਾਡੀ ਸਿਆਸਤ ਇੰਨੀ ਕਰਪਟ ਹੋ ਗਈ ਹੈ, ਇਸ ਲਈ ਲੀਡਰ ਦੱਬੂ ਹੋ ਗਏ ਨੇ, ਇਸੇ ਕਰਕੇ ਲੀਡਰ ਨਤਮਸਤਕ ਹੋ ਰਹੇ ਨੇ ਕੇਂਦਰੀ ਸੱਤਾ ਦੇ ਸਾਹਮਣੇ, ਅਤੇ ਉਹ ਕੇਂਦਰੀ ਸੱਤਾ ਨਾਲ ਦੋਸਤੀ ਦਾ ਵਿਖਾਵਾ ਕਰਦੇ ਨੇ ਉਸੇ ਰੂਪ ਦੇ ਵਿੱਚ ਜਾ ਕੇ। ਇਹਦੇ 'ਚ ਹੁਣ ਜਿੰਨਾ ਚਿਰ ਕਲੈਰਿਟੀ ਨਾਲ ਉਹ ਆਪ ਕੁਝ ਆ ਕੇ ਨਹੀਂ ਕਹਿੰਦੇ ਜਾਂ ਪ੍ਰਧਾਨ ਮੰਤਰੀ ਕੁਝ ਨਹੀਂ ਕਹਿੰਦੇ ਤਾਂ ਅਲੱਗ ਗੱਲ ਹੈ। ਉਹ ਨਿੱਜੀ ਕਾਰਨ ਵੀ ਕੁਝ ਹੋ ਸਕਦੇ ਨੇ, ਕੁਝ ਹੋ ਸਕਦਾ ਚੱਲਦੇ ਚੱਲਦੇ ਕੋਈ ਸਟੇਟ ਦੀ ਗੱਲ ਵੀ ਹੋਈ ਹੋਵੇ। ਜੀ ਹਮੀਰ ਜੀ, ਪੰਜਾਬ ਦੇ ਨਾਲ ਨਾਲ ਜੇਕਰ ਗੱਲ ਕਰੀਏ ਦੇਸ਼ ਦੀ, ਤਾਂ ਸਾਲ 2014 ਤੋਂ ਬਾਅਦ ਲਗਾਤਾਰ ਭਾਜਪਾ ਜਿਹੜੀ ਹੈ ਬੜੀ ਮਜ਼ਬੂਤੀ ਨਾਲ ਦੇਸ਼ 'ਚ ਪੈਰ ਪਸਾਰਦੀ ਜਾ ਰਹੀ ਹੈ, ਅਤੇ ਵਿਰੋਧੀ ਧਿਰ ਹਾਲੇ ਤੱਕ ਭਾਜਪਾ ਦੇ ਸਾਹਮਣੇ ਕੋਈ ਵੀ ਦਿਖਾਈ ਨਹੀਂ ਦੇ ਰਿਹਾ। ਪਰ ਹੁਣ ਚਰਚਾਵਾਂ ਇਹ ਚੱਲ ਰਹੀਆਂ ਵੀ ਕਿ ਖੇਤਰੀ ਪਾਰਟੀਆਂ ਇਕੱਠੀਆਂ ਹੋ ਕੇ ਕੋਈ ਨਾ ਕੋਈ ਜਿਹੜਾ ਇੱਕ ਵਿਰੋਧੀ ਧੜਾ ਜਿਹੜਾ ਖੜਾ ਕਰ ਸਕਦੀਆਂ ਨੇ, ਅਤੇ ਇੱਕ ਤੇਲੰਗਾਨਾ ਦੇ ਵਿੱਚ ਮੀਟਿੰਗ ਵੀ ਹੋਈ ਹੈ ਸੁਣਨ 'ਚ ਆ ਰਿਹਾ। ਅਸੀਂ ਜਾਣਨਾ ਚਾਹਾਂਗੇ ਇਹ ਜਿਹੜਾ ਵਿਰੋਧੀ ਧਿਰ ਮਜ਼ਬੂਤ ਹੋਣ ਦੀ ਤਿਆਰੀ ਚੱਲ ਰਹੀ ਹੈ, ਇਹ ਕੀ ਮਾਮਲਾ ਹੈ? ਅਸਲ 'ਚ ਇਹ ਹੈ ਕਿ ਬੜੇ ਲੰਮੇ ਸਮੇਂ ਦੇ ਉੱਤੋਂ ਦੋ ਪਾਰਟੀਆਂ 'ਚ ਦੇਸ਼ ਪੱਧਰ ਦੇ ਉੱਤੇ ਲੜਾਈ ਸੀ। ਇੱਕ ਕਾਂਗਰਸ ਪਹਿਲਾਂ ਮੇਨ ਪਾਰਟੀ ਸੀ, ਬੀਜੇਪੀ ਸੈਕੰਡ ਨੰਬਰ ਦੀ ਪਾਰਟੀ ਸੀ। ਪਰ 2014 ਤੋਂ ਬਾਅਦ ਬੀਜੇਪੀ ਜਦੋਂ ਦੀ ਕੇਂਦਰੀ ਸੱਤਾ 'ਚ ਆਈ ਹੈ ਅਤੇ ਬਹੁਤੇ ਸੂਬਿਆਂ ਦੇ ਵਿੱਚ ਵੀ ਸੱਤਾ 'ਚ ਆ ਗਈ। ਖਾਸ ਤੌਰ 'ਤੇ ਸੂਬਿਆਂ ਦੇ ਵਿੱਚ ਵੀ ਉਹ ਸੱਤਾ 'ਚ ਕਈ ਸੂਬੇ ਤਾਂ ਉਹਨੇ ਬਾਅਦ ਦੇ ਵਿੱਚ ਆਪਣੇ ਕਬਜ਼ੇ 'ਚ ਲਏ ਇੱਕ ਟਾਈਪ ਦੇ, ਜਿਵੇਂ ਜਿਹਦੇ 'ਚੋਂ ਕਰਨਾਟਕਾ ਹੋਇਆ, ਜਿਹਦੇ 'ਚੋਂ ਮੱਧ ਪ੍ਰਦੇਸ਼ ਹੋਇਆ, ਜਿਹਦੇ 'ਚੋਂ ਮਹਾਰਾਸ਼ਟਰ ਹੋਇਆ। ਕਿੰਨੇ ਸਟੇਟਾਂ ਦੇ ਵਿੱਚ ਜਿੱਥੇ ਉਹਨਾਂ ਨੇ ਮਤਲਬ ਕਿਸੇ ਨਾ ਕਿਸੇ ਤਰੀਕੇ ਉਹਨਾਂ 'ਚ ਬਗਾਵਤ ਹੋ ਕੇ ਬੀਜੇਪੀ ਨੇ ਆਪਣੇ ਤਰੀਕੇ ਨਾਲ ਸਰਕਾਰਾਂ ਬਣਵਾਤੀਆਂ ਨੇ ਵੱਖ-ਵੱਖ ਥਾਵਾਂ ਦੇ ਉੱਤੇ। ਇਸੇ ਲਈ ਇਹ ਰੌਲਾ ਵੀ ਚੱਲ ਰਿਹਾ ਦਿੱਲੀ 'ਚ ਵੀ, ਕੇਜਰੀਵਾਲ ਕਹਿੰਦਾ ਸਾਡੀ ਸਰਕਾਰ ਤੋੜਨ ਦੀ ਕੋਸ਼ਿਸ਼ ਹੈ। ਵੱਖ-ਵੱਖ ਥਾਵਾਂ 'ਤੇ ਵੀ ਇੱਕ ਇਲਜ਼ਾਮ ਇਹ ਲੱਗ ਰਹੇ ਨੇ। ਪਰ ਉਹ ਬੜੀ ਪਾਰਟੀ ਦੇ ਤੌਰ 'ਤੇ ਹੋ ਗਿਆ, ਅਤੇ ਬੀਜੇਪੀ ਦਾ ਇੱਕ ਸਲੋਗਨ ਦਿੱਤਾ ਹੋਇਆ ਸੀ ਕਾਂਗਰਸ ਮੁਕਤ ਭਾਰਤ, ਅਤੇ ਆਮ ਆਦਮੀ ਪਾਰਟੀ ਨੂੰ ਵੀ ਲੱਗਦਾ ਕਿ ਕਾਂਗਰਸ ਦੀ ਜਗ੍ਹਾ ਅਸੀਂ ਲੈ ਲਾਂਗੇ। ਪਰ ਇਹ ਦੇਸ਼ ਇੰਨਾ ਬੰਨ-ਸਬੰਨ ਹੈ, ਇੰਨੀਆਂ ਜ਼ਿਆਦਾ ਵਿਭਿੰਨਤਾਵਾਂ ਨੇ, ਕਿੰਨੀਆਂ ਹੀ ਜ਼ਿਆਦਾ ਖੇਤਰੀ ਪਾਰਟੀਆਂ ਨੇ। ਜਿਹੜੀਆਂ ਖੇਤਰੀ ਪਾਰਟੀਆਂ ਸੱਤਾ 'ਚ ਨੇ ਆਪੋ ਆਪਣੇ ਰਾਜਾਂ ਦੇ ਵਿੱਚ, ਉਹ ਵੀ ਕੋਸ਼ਿਸ਼ ਕਰਦੀਆਂ ਨੇ ਕਿ ਰਾਜ ਦੇ ਨਾਲ ਨਾਲ ਉਹਨਾਂ ਦਾ ਕੇਂਦਰੀ ਸੱਤਾ 'ਚ ਵੀ ਹਿੱਸੇਦਾਰੀ ਜੇ ਹੋਵੇ ਤਾਂ ਚੰਗਾ। ਉਹਦੇ 'ਚੋਂ ਕਈਆਂ ਦੀ ਪ੍ਰਧਾਨ ਮੰਤਰੀ ਬਣਨ ਤੱਕ ਦੀਆਂ ਵੀ ਖਾਹਿਸ਼ਾਂ ਆਪਣੇ ਲੈਵਲ 'ਤੇ ਹੈਗੀਆਂ ਨੇ। ਜਿਵੇਂ ਪੁਰਾਣੇ ਸਮੇਂ ਤੋਂ ਕਦੇ ਨਤੀਸ਼ ਦਾ ਨਾਂ ਲਿਆ ਜਾਂਦਾ ਸੀ, ਕਦੇ ਮਮਤਾ ਦਾ ਨਾਂ ਲਿਆ ਜਾਂਦਾ ਹੈ, ਕਦੇ ਵੱਖ-ਵੱਖ ਹੋਰ ਲੋਕਾਂ ਦਾ ਨਾਂ ਲਿਆ ਜਾਂਦਾ। ਯੂਨਾਈਟਿਡ ਫਰੰਟ ਦੀ ਗੌਰਮੈਂਟ 'ਚ ਇਹੋ ਜਿਹੀ ਸਰਕਾਰ ਦਾ ਤਜਰਬਾ ਹੋਇਆ ਵੀ ਹੈ। ਇਸੇ ਕਰਕੇ ਹੁਣ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਹੋਰ ਜ਼ਿਆਦਾ ਪ੍ਰਚਲਿਤ ਹੋ ਗਈ, ਕਿਉਂਕਿ ਤੇਲੰਗਾਨਾ ਦਾ ਜਿਹੜਾ ਮੁੱਖ ਮੰਤਰੀ ਹੈ ਕੇ ਚੰਦਰ ਸ਼ੇਖਰ ਰਾਓ, ਉਹਨੇ ਹੈਦਰਾਬਾਦ ਦੇ ਵਿੱਚ 26, 27 ਅਤੇ 28 ਅਗਸਤ ਨੂੰ 3 ਰੋਜ਼ਾ ਇੱਕ ਮੀਟਿੰਗ ਸੱਦੀ, ਜਿਹੜੀ ਮੀਟਿੰਗ ਦੇ ਵਿੱਚ ਲਗਭਗ 50 ਦੇ ਕਰੀਬ ਸਿਲੈਕਟਡ ਲੋਕ ਸੀਗੇ ਵੱਖ-ਵੱਖ ਸੂਬਿਆਂ ਦੇ, ਅਤੇ ਉਹ 50 ਬੰਦਿਆਂ ਨਾਲ ਬੈਠ ਕੇ ਨਿੱਠ ਕੇ ਚਰਚਾ ਹੋਈ ਹੈ ਕਿ ਕਿਵੇਂ ਬੀਜੇਪੀ ਦੇ ਅਲਟਰਨੇਟਿਵ ਦੇ ਤੌਰ 'ਤੇ, ਬਦਲ ਦੇ ਤੌਰ 'ਤੇ ਦੇਸ਼ ਵਿੱਚ ਕੰਮ ਹੋਣਾ ਚਾਹੀਦਾ ਹੈ। ਦੇਸ਼ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਵੱਖ-ਵੱਖ ਜਗ੍ਹਾ 'ਤੇ ਜਾ ਕੇ ਮਤਲਬ ਲੋਕ ਆਪਣਾ ਕੰਮ ਕਰਨ। ਸੁਣਿਆ ਕਿ ਇੱਕ ਮਿਨੀਮਮ ਏਜੰਡਾ, ਮਿਨੀਮਮ ਲੈਵਲ 'ਤੇ ਕੁਝ ਸਹਿਮਤੀ ਹੋਈ ਹੈ, ਪਰ ਉਦੋਂ ਬਾਅਦ ਪਤਾ ਲੱਗੂਗਾ ਕਿ ਕਿਹਾ ਇਹ ਗਿਆ ਕਿ ਉਹ ਜਿਹੜੀਆਂ ਧਿਰਾਂ ਉੱਥੇ ਗਈਆਂ ਸੀ ਉਹ ਆਪੋ ਆਪਣੀਆਂ ਜਥੇਬੰਦੀਆਂ 'ਚ ਗੱਲ ਕਰ ਰਹੀਆਂ, ਜਥੇਬੰਦੀਆਂ 'ਚ ਗੱਲ ਕਰਕੇ ਫਿਰ ਇੱਕ ਹੋਰ ਮੀਟਿੰਗ ਹੋਣੀ ਹੈ। ਕੀ ਉਹ ਫਿਰ ਕੋਈ ਸਾਂਝਾ ਅਲਾਇੰਸ ਅਨਾਊਂਸ ਹੁੰਦਾ, ਐਲਾਣਿਆ ਜਾਂਦਾ ਹੈ ਜਾਂ ਨਹੀਂ ਐਲਾਣਿਆ ਜਾਂਦਾ, ਇਹ ਉਹਦੇ 'ਤੇ ਨਿਰਭਰ ਕਰੇਗਾ। ਪਰ ਇਹ ਪ੍ਰੈਕਟੀਕਲੀ ਇੱਕ ਪ੍ਰਕਿਰਿਆ ਸ਼ੁਰੂ ਹੋਈ ਹੈ, ਜਿਹੜੀ ਪ੍ਰਕਿਰਿਆ ਦੇ ਵਿੱਚ ਇਸ ਲਈ ਉਹ ਗੱਲ ਹੋ ਰਹੀ ਹੈ। ਉਹਦੇ ਸਭ ਤੋਂ ਬੜੇ ਪੱਧਰ ਦੇ ਉੱਤੇ ਜਿਵੇਂ ਕੇਜਰੀਵਾਲ ਕਹਿੰਦਾ ਦਿੱਲੀ ਮਾਡਲ, ਔਰ ਮੋਦੀ ਹੋਣੀ ਕਹਿੰਦੇ ਸੀ ਗੁਜਰਾਤ ਮਾਡਲ, ਅਤੇ ਉਹ ਮਾਡਲ ਗੁਜਰਾਤ ਤੋਂ ਲੈ ਕੇ ਉਹ ਹੌਲੀ ਹੌਲੀ ਮੱਧਮ ਪੈਂਦੇ ਜਾਣ ਨਾਲ, ਅਤੇ ਹੁਣ ਕਿਹਾ ਜਾ ਰਿਹਾ ਕਿ ਜਿਹੜਾ ਤੇਲੰਗਾਨਾ ਮਾਡਲ, ਤੇਲੰਗਾਨਾ ਮਾਡਲ ਦੇ ਵਿੱਚ ਉਹ ਖਾਸ ਤੌਰ 'ਤੇ ਕਿਸਾਨੀ 'ਤੇ ਜ਼ੋਰ ਦੇ ਰਹੇ ਨੇ। ਕਿਸਾਨੀ 'ਤੇ ਜ਼ੋਰ ਇਸ ਤੱਕ ਢੰਗ ਨਾਲ ਦੇ ਰਹੇ ਨੇ ਕਿ ਉਹ ਕਿਸਾਨੀ ਨੂੰ 10,000 ਰੁਪਏ ਪਰ ਏਕੜ ਦੇ ਹਿਸਾਬ ਦੇ ਨਾਲ ਨਗਦ ਸਬਸਿਡੀ ਦਿੰਦੇ ਨੇ, ਬਾਕੀ ਦੀਆਂ ਚੀਜ਼ਾਂ ਤੋਂ ਬਿਨਾਂ, ਕਿ ਨਗਦ ਤੁਹਾਡੇ ਖਾਤਿਆਂ 'ਚ ਜਾਏਗਾ, ਬਾਕੀ ਕੰਮ ਤੁਸੀਂ ਉਸ ਲੈਵਲ ਦੇ ਉੱਤੇ ਕਰੋ। ਅਤੇ ਉਹਨੂੰ ਲੱਗਦਾ ਕਿ ਇਹ ਜਿਹੜੀ ਸਿੱਧੀ ਸਪੋਰਟ ਹੈ, ਇਸ ਪੱਧਰ ਦੇ ਤਰੀਕੇ ਦੇ ਨਾਲ ਕਿਸਾਨ ਕਰਜ਼ੇ 'ਚੋਂ ਜਾਂ ਬਾਕੀ ਗੱਲਾਂ ਤੋਂ ਮੁਕਤੀ ਪਾਉਣਗੇ, ਇਸ ਲੈਵਲ ਦੀ ਖੇਤੀ ਕਰਨਗੇ, ਅਤੇ ਉਹ ਮਾਡਲ ਜੇ ਇੰਪਲੀਮੈਂਟ ਹੋਵੇ ਬਾਕੀ ਖੇਤੀ ਪ੍ਰਧਾਨ ਸੂਬਿਆਂ 'ਚ ਖਾਸ ਤੌਰ 'ਤੇ ਤਾਂ ਕਿਸਾਨੀ ਦਾ ਅਤੇ ਲੋਕਾਂ ਦਾ ਅਤੇ ਪੇਂਡੂ ਅਰਥ ਵਿਵਸਥਾ ਦਾ ਭਲਾ ਹੋ ਸਕਦਾ।
ਹੁਣ ਉਹ ਕਿੰਨਾ ਕੁ ਕੀ ਉਹ ਇੰਨੇ ਕੁ ਨਾਲ ਹੀ ਮਾਡਲ ਬਣ ਜਾਂਦਾ ਜਾਂ ਮਾਡਲ ਓਵਰਆਲ ਚੀਜ਼ਾਂ ਨਾਲ ਵੀ ਉਹਦੇ 'ਚ ਦੇਖੀਆਂ ਜਾਣਗੀਆਂ, ਬਾਚੀਆਂ ਜਾਣਗੀਆਂ, ਇਹ ਇੱਕ ਅਲੱਗ ਗੱਲ ਹੈ। ਪਰ ਇਹ ਇੱਕ ਮੀਟਿੰਗ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਲੋਕਾਂ ਦੀ ਦਿਲਚਸਪੀ ਦਾ ਕੇਂਦਰ ਬਣ ਸਕਦੀ ਹੈ, ਜੇਕਰ ਇਹ ਜਿਹੜੀ ਸਹਿਮਤੀ ਹੈ ਇਹ ਅੱਗੇ ਵੱਧਦੀ ਹੈ ਤਾਂ। ਜੀ ਹਮੀਰ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਮੋਦੀ ਦੇ ਵਿਰੁੱਧ ਕੋਈ ਵੀ ਵੱਡੇ ਚਿਹਰੇ ਨੂੰ ਖੜਾ ਕਰਨ ਦੀ, ਤਾਂ ਉੱਥੇ ਮਮਤਾ ਬੈਨਰਜੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਿਤੇ ਨਾ ਕਿਤੇ ਉਹਨਾਂ ਦਾ ਜੋ ਰਵੱਈਆ ਹੈ ਜਾਂ ਉਹਨਾਂ ਦੀ ਰਾਜਨੀਤੀ ਦਾ ਰੰਗ ਢੰਗ ਹੈ ਉਹ ਬਹੁਤ ਹੀ ਜਿਹੜਾ ਸ਼ਲਾਘਾਯੋਗ ਹੈ। ਤੇ ਇਸ ਸਾਰੇ ਮਾਮਲੇ 'ਚ ਮਮਤਾ ਬੈਨਰਜੀ ਵੱਲੋਂ ਇੱਕ ਟਿੱਪਣੀ ਵੀ ਕੀਤੀ ਗਈ ਹੈ, ਉਹ ਕੀ ਟਿੱਪਣੀ ਹੈ ਤੇ ਉਸ ਨੂੰ ਕਿਵੇਂ ਦੇਖੋਗੇ? ਮਮਤਾ ਬੈਨਰਜੀ ਅਸਲ 'ਚ ਜਿਹੜਾ ਜਿਵੇਂ ਬੀਜੇਪੀ ਦਾ ਜਿਹੜਾ ਜੇਤੂ ਰੱਥ ਹੈ ਇੱਕ ਟਾਈਪ ਦਾ, ਉਹਨੂੰ ਰੋਕਣ 'ਚ ਸਭ ਤੋਂ ਪਹਿਲਾਂ ਮਮਤਾ ਬੈਨਰਜੀ ਦੀ ਉਹ ਭੂਮਿਕਾ ਸੀ। ਪੱਛਮੀ ਬੰਗਾਲ 'ਚ ਜਿੰਨਾ ਬੀਜੇਪੀ ਨੇ ਜ਼ੋਰ ਲਾਇਆ ਸੀ ਤੇ ਉਹਨੂੰ ਉਸ ਲੈਵਲ 'ਤੇ ਹਰਾਉਣਾ ਇਹ ਕਾਫੀ ਔਖਾ ਕੰਮ ਸੀ। ਤੇ ਮਮਤਾ ਨੇ ਜਿਸ ਢੰਗ ਨਾਲ ਲੜਾਈ ਲੜੀ ਉਹ, ਔਰ ਉਹਦੇ ਤੋਂ ਉਹਦਾ ਕੱਦ ਵਧਿਆ ਬਿਨਾਂ ਸ਼ੱਕ। ਫਿਰ ਨਾਲ ਦੀ ਨਾਲ ਉਸ ਲੜਾਈ ਦੇ ਨਾਲ ਉਹਨੇ ਲਗਾਤਾਰ ਇੱਕ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਕਿ ਬੀਜੇਪੀ ਦੇ ਨਾਲ ਜੇ ਲੜਨਾ ਹੈ ਤਾਂ ਸਾਰੀਆਂ ਧਿਰਾਂ ਨੂੰ ਸਾਂਝੇ ਪਲੇਟਫਾਰਮ 'ਤੇ ਆਉਣਾ ਪਏਗਾ ਅਤੇ ਘੱਟੋ ਘੱਟ ਪ੍ਰੋਗਰਾਮ ਬਣਾ ਕੇ, ਖਾਸ ਤੌਰ 'ਤੇ ਫੈਡਰਲਿਜ਼ਮ ਦੇ ਮਾਮਲੇ ਦੇ ਉੱਤੇ। ਅਤੇ ਉਹਦਾ ਹੁੰਗਾਰਾ ਬਹੁਤ ਜ਼ਿਆਦਾ ਕਾਂਗਰਸ ਨੇ ਤਾਂ ਕਈ ਪਾਰਟੀਆਂ ਨੇ ਨਹੀਂ ਦਿੱਤਾ ਕੁਛ ਉਸ ਲੈਵਲ 'ਤੇ, ਫਿਰ ਇਹ ਕੰਮ ਵਿੱਚ ਜੇ ਦਬ ਗਿਆ। ਹੁਣ ਸਵਾਲ ਇਹ ਹੈ ਕਿ ਬੀਜੇਪੀ ਦੇ ਮੁਕਾਬਲੇ 'ਤੇ ਕਿਹੜੀ ਧਿਰ ਨੰਬਰ 1 ਬਣੇ, ਕਿਹੜੀ ਧਿਰ ਮੂਹਰੇ ਲੱਗੇ। ਕਾਂਗਰਸ ਨੇ 12 ਸਟੇਟਾਂ ਦਾ ਆਪਣਾ ਇੱਕ ਭਾਰਤ ਜੋੜੋ ਨਾਂ ਦਾ ਅਭਿਆਨ ਸ਼ੁਰੂ ਕਰਨਾ ਹੈ, ਔਰ ਜਿਹਦੀ ਚਰਚਾ ਵੀ ਹੁਣ ਤੱਕ ਹੋ ਰਹੀ ਹੈ। ਹਾਲਾਂਕਿ ਕਾਂਗਰਸ ਦੇ ਅੰਦਰ ਵੀ ਆਪਣੀ ਇੰਨੀ ਗੜਬੜ ਚੱਲ ਰਹੀ ਹੈ ਅਤੇ ਉਹਨੂੰ ਕਿਵੇਂ ਕਿਉਂਟੇਗੀ ਅਤੇ ਭਾਰਤ ਜੋੜਨ ਦਾ ਅਭਿਆਨ ਕਿਵੇਂ ਚਲਾਏਗੀ, ਇਹ ਉਹਦੇ 'ਤੇ ਨਿਰਭਰ ਕਰਦਾ। ਅਤੇ ਇਹਦੇ ਨਾਲ ਦੀ ਨਾਲ DMK MK ਸਟਾਲਨ ਜਿਹੜਾ ਇਹਦੇ ਨਾਲ ਚੰਦਰ ਸ਼ੇਖਰ ਰਾਓ, ਇਹਦੇ ਨਾਲ ਕਿੰਨੇ ਹੀ ਲੋਕ ਹੋ ਸੀ। ਅਤੇ ਬੀਜੇਪੀ ਦਾ ਬਦਲ ਬਣਨ ਦੇ ਵਾਸਤੇ ਨਾਲ ਦੀ ਨਾਲ ਕੇਜਰੀਵਾਲ ਨੇ ਵੀ ਇੱਕ ਇੰਡੀਆ ਫਸਟ ਨਾਂ ਦਾ ਮਿਸ਼ਨ 2024 ਐਲਾਣੇ ਆ ਪਿਛਲੇ ਦਿਨਾਂ ਦੇ ਵਿੱਚ ਉਸ ਲੈਵਲ ਦੇ ਉੱਤੇ। ਅਤੇ ਇਹ ਵੀ ਕਿਹਾ ਜਾ ਰਿਹਾ ਕਿ ਬਿਹਾਰ ਦੇ ਵਿੱਚ ਜਦੋਂ ਹੁਣ ਦੁਬਾਰਾ ਬੀਜੇਪੀ ਨੂੰ ਡਿਚ ਕਰਕੇ, ਬੀਜੇਪੀ ਨੂੰ ਅੰਗੂਠਾ ਦਿਖਾ ਕੇ ਨਤੀਸ਼ ਕੁਮਾਰ ਉਹਨਾਂ ਨਾਲ ਜੁੜ ਗਿਆ ਤੇਜਸਵੀ ਯਾਦਵ ਦੇ ਨਾਲ ਅਤੇ ਰਾਸ਼ਟਰੀ ਜਨਤਾ ਦਲ ਨਾਲ, ਤਾਂ ਇਹ ਚਰਚਾਵਾਂ ਵੀ ਨੇ ਕਿ ਬਿਹਾਰ ਦੇ ਲੋਕ ਜਾਂ ਬਿਹਾਰ ਦੀਆਂ ਮੇਨ ਪਾਰਟੀਆਂ ਸ਼ਾਇਦ ਨਤੀਸ਼ ਨੂੰ ਮੂਹਰੇ ਕਰਨ ਕਿ ਤੁਸੀਂ ਪ੍ਰਧਾਨ ਮੰਤਰੀ ਬਣਨ ਦਾ ਚਿਹਰਾ ਬਣ ਜਾਓ। ਇਹ ਸਭ ਦੇ ਮਾਮਲੇ ਦੇ ਵਿੱਚ ਮਮਤਾ ਬੈਨਰਜੀ ਨੇ ਅੱਜ ਇੱਕ ਫੇਰ ਬਿਆਨ ਦਿੱਤਾ। ਮਮਤਾ ਬੈਨਰਜੀ ਨੇ ਬਿਆਨ ਦਿੱਤਾ ਕਿ 2024 'ਚ ਬੀਜੇਪੀ ਨੂੰ ਹਰਾਉਣਾ ਬੇਹੱਦ ਜ਼ਰੂਰੀ ਹੈ ਔਰ ਬੀਜੇਪੀ ਹਾਰ ਸਕਦੀ ਹੈ। ਕਿਉਂ ਹਾਰ ਸਕਦੀ ਹੈ? ਉਹਨੇ ਦਲੀਲਾਂ ਦਿੱਤੀਆਂ। ਦਲੀਲਾਂ ਇਹ ਦਿੱਤੀਆਂ ਕਿ ਰਾਜੀਵ ਗਾਂਧੀ 1984 'ਚ 400 ਸੀਟ ਲੈ ਕੇ ਜਿੱਤਦਾ ਜੀ, ਬਿਲਕੁਲ 5 ਸਾਲਾਂ ਬਾਅਦ 1999 ਦੇ ਵਿੱਚ ਆ ਕੇ ਕਾਂਗਰਸ ਸਿਮਟ ਜਾਂਦੀ ਹੈ ਅਤੇ ਹਾਰ ਜਾਂਦੀ ਹੈ। ਔਰ ਉਹ ਕਹਿੰਦੀ ਹੈ ਕਿ ਇੰਦਰਾ ਗਾਂਧੀ 1971-72 'ਚ 300 ਸੀਟ ਦੇ ਨੇੜੇ ਤਾਂ ਵੱਡੇ ਪੱਧਰ ਦੇ ਉੱਤੇ ਜਿੱਤ ਪ੍ਰਾਪਤ ਕਰਦੀ ਹੈ ਅਤੇ 75 'ਚ ਆ ਕੇ ਉਹਨੂੰ ਐਮਰਜੈਂਸੀ ਲਾਉਣੀ ਪੈਂਦੀ ਹੈ, 77 'ਚੋਂ ਹਾਰ ਜਾਂਦੀ ਹੈ। ਇਸ ਲਈ ਪਹਿਲੇ ਵੱਡੀਆਂ ਪਾਰਟੀਆਂ ਵੱਡੇ ਇੰਨੀਆਂ ਸੀਟਾਂ ਲੈ ਕੇ ਹਾਰਦੇ ਰਹੇ ਨੇ। ਤਾਂ ਬੀਜੇਪੀ ਵੀ 300 ਸੀਟ ਤੱਕ ਹੀ ਹੈ, ਕੋਈ ਬੜੀ ਗੱਲ ਨਹੀਂ ਹੈ। ਪਰ ਉਹਦੇ ਲਈ ਇੱਕ ਜ਼ਮੀਨ ਤਿਆਰ ਕਰਨਾ ਅਤੇ ਪਾਰਟੀਆਂ ਨੂੰ ਜੁਟਣਾ ਇਹ ਬਹੁਤ ਜ਼ਰੂਰੀ ਹੈ। ਇਹਦਾ ਮਤਲਬ ਦੇਸ਼ ਪੱਧਰ 'ਤੇ ਇੱਕ ਮਾਈਂਡਸੈੱਟ ਵਿਰੋਧੀ ਪਾਰਟੀਆਂ 'ਚ ਬਣ ਰਿਹਾ ਕਿ ਬੀਜੇਪੀ ਨੂੰ ਹਰਾਉਣਾ ਜ਼ਰੂਰੀ ਹੈ ਜੇ ਜਮਹੂਰੀਅਤ ਨੂੰ ਬਚਾਉਣਾ ਹੈ, ਜੇ ਇੱਥੇ ਕੋਈ ਫੈਡਰਲਿਜ਼ਮ ਲਿਆਉਣਾ ਹੈ, ਜੇਕਰ ਲੋਕਾਂ ਦੀ ਤਾਕਤ ਮਜ਼ਬੂਤ ਕਰਨੀ ਹੈ। ਪਰ ਨਾਲ ਦੀ ਨਾਲ ਇਹ ਵੀ ਇੱਕ ਅੜਚਣ ਹੈ ਉਹਦੇ ਸਾਹਮਣੇ ਕਿ ਅਗਵਾਈ ਕੌਣ ਕਰੇਗਾ। ਜੀ ਬਿਲਕੁਲ, ਇਹ ਉਹਦੇ ਸਾਹਮਣੇ ਸੰਕਟ ਖੜ੍ਹਾ ਹੈ। ਹੁਣ ਇਸ ਸੰਕਟ ਨੂੰ ਕਿਵੇਂ ਪਾਰ ਪਾਉਂਦੀਆਂ ਨੇ ਪਾਰਟੀਆਂ, ਉਹ ਇੱਕ ਅਲੱਗ ਗੱਲ ਹੈ। ਪਰ ਇਹ ਬਰਤਾਂਤ ਦਾ ਆਪਣੇ ਆਪ 'ਚ ਜਿੰਦਾ ਰਹਿਣਾ, ਖੜ੍ਹੇ ਹੋਣਾ, ਉਹ ਵੀ ਮੇਰੇ ਖਿਆਲ ਹੈ ਸਵਾਗਤਯੋਗ ਕਿਹਾ ਜਾਣਾ ਚਾਹੀਦਾ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ